ਤਾਂ ਰਾਣਾ ਸੋਢੀ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ। ਕੈਪਟਨ ਦੇ ਬਹੁਤ ਕਰੀਬੀ ਰਹੇ, ਮੰਤਰੀ ਰਹੇ ਕਾਂਗਰਸ ਦੀ ਸਰਕਾਰ ਦੇ ਸਮੇਂ। ਕੁਝ ਮਹੀਨੇ ਪਹਿਲਾਂ ਹੀ ਉਹਨਾਂ ਨੂੰ ਅਹੁਦੇ ਤੋਂ ਹਟਾਇਆ ਗਿਆ ਤੇ ਹੁਣ ਨਾਰਾਜ਼ਗੀ ਦਾ ਜ਼ਿਕਰ ਹੋਇਆ ਸੀ ਤੇ ਇਹ ਵੀ ਕਹਿੰਦੇ ਨਜ਼ਰ ਆਏ ਕਿ ਸੈਕੂਲਰਿਜ਼ਮ ਸ਼ਬਦ ਜਿਹੜਾ ਏ ਉਹ ਹੁਣ ਕਾਂਗਰਸ ਦੇ ਅੰਦਰ ਨਜ਼ਰ ਨਹੀਂ ਆਉਂਦਾ। ਇਸ ਦੇ ਉੱਤੇ ਗੱਲਬਾਤ ਕਰਾਂਗੇ। ਕੁਝ ਮਹਿਮਾਨ ਸਾਡੇ ਨਾਲ ਜੁੜ ਰਹੇ ਨੇ। ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾਉਂਦੇ ਆ ਮਹਿਮਾਨਾਂ ਦੇ ਨਾਲ। ਸਾਡੇ ਨਾਲ ਜੈਬੰਸ ਸਿੰਘ ਜੀ ਜੁੜ ਰਹੇ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ, ਤੇ ਸਾਡੇ ਨਾਲ ਰੂਬੀ ਗਿੱਲ ਜੀ ਜੁੜ ਰਹੇ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਬਹੁਤ ਬਹੁਤ ਸਵਾਗਤ ਹੈ ਮਹਿਮਾਨਾਂ ਦਾ। ਰੂਬੀ ਗਿੱਲ ਜੀ, ਸ਼ੁਰੂਆਤ ਤੁਹਾਡੇ ਤੋਂ। ਤੁਹਾਡੇ ਨਾਰਾਜ਼ ਆਗੂ ਜਾ ਰਹੇ ਨੇ ਦੂਜੇ ਵਾਲੇ ਪਾਸੇ, ਕਾਂਗਰਸ ਤੋਂ ਉਹਨਾਂ ਨੂੰ ਕਮਲ ਚੰਗਾ ਲੱਗ ਰਿਹਾ। ਜਿਨ੍ਹਾਂ ਨੂੰ 1985 ਦੇ ਵਿੱਚ ਐਮਐਲਏ ਦੀ ਪਹਿਲੀ ਵਾਰ ਟਿਕਟ ਦਿੱਤੀ, 4 ਵਾਰ ਐਮਐਲਏ ਰਹੇ। ਮੈਂ ਕਹਿੰਦਾ ਇਹਨਾਂ ਲੋਕਾਂ ਦਾ ਤਾਂ ਅੱਜ ਕੱਲ ਸਾਈਕਲ ਨਾਲੋਂ ਵੀ ਮਾੜਾ ਸਟੈਂਡ ਇਹਨਾਂ ਪੋਲੀਟੀਸ਼ੀਅਨਾਂ ਦਾ ਹੋ ਗਿਆ, ਜਿਹੜੇ ਪੂਰਾ 2 ਸਾਲ ਤੋਂ ਲਗਾਤਾਰ ਬੀਜੇਪੀ ਤੋਂ ਕਹਿ ਰਹੇ ਸੀ ਵੀ ਕਿਸਾਨਾਂ ਦੇ ਨਾਲ ਕਿਸ ਤਰੀਕੇ ਨਾਲ ਵੱਡਾ ਕਾਂਡ ਦਿੱਤਾ, ਜਿਨ੍ਹਾਂ ਦਾ ਬੇਟਾ ਸੂਚਨਾ ਕਮਿਸ਼ਨਰ ਬਣਾਇਆ, ਪੰਜਾਬ ਦੀ ਕੈਬਨਿਟ ਦੇ ਵਿੱਚ ਇਹਨਾਂ ਨੂੰ ਮੰਤਰੀ ਬਣਾਇਆ ਕਾਂਗਰਸ ਪਾਰਟੀ ਨੇ, ਜਿਨ੍ਹਾਂ ਇਹਨਾਂ ਨੂੰ ਪਿਆਰ ਦਿੱਤਾ। ਤੇ ਇਹੋ ਜਿਹੇ ਦਲ ਬਦਲੂ ਜਿਹੜੇ ਨੇਤਾ ਨੇ ਉਹਨਾਂ ਦਾ ਉਧਰ ਵੀ ਕੁਝ ਨਹੀਂ ਬਣਨਾ। ਗੁਰੂ ਹਰਸਾਏ ਦੇ ਵਿੱਚ ਜਿਹੜੇ ਲਗਾਤਾਰ ਸਿਰਵੇ ਆ ਰਹੇ ਸੀ ਉਹਨਾਂ 'ਚ ਬੁਰੀ ਤਰ੍ਹਾਂ ਹਾਰ ਰਹੇ ਸੀਗੇ ਤੇ ਕਾਂਗਰਸ ਪਾਰਟੀ ਨੇ ਇਹਨਾਂ ਨੂੰ ਸਾਫ਼ ਟਿਕਟ ਤੋਂ ਵੀ ਮਨਾ ਕਰ ਦਿੱਤਾ ਸੀ। ਤੇ ਸਿਰਫ ਇਹ ਆ ਵੀ ਬੀਜੇਪੀ ਨੂੰ ਕਹਿੰਦੇ ਰਟਿਆ ਸਭ ਦੇ ਕੋਲ ਬਿਆਨ ਹੁੰਦਾ ਹੈ, ਕੋਈ ਤੁਹਾਡੇ ਚ ਆ ਕੇ ਸ਼ਾਮਲ ਹੋ ਜਾਵੇ ਆਮ ਆਦਮੀ ਪਾਰਟੀ ਦਾ, ਆਮ ਆਦਮੀ ਪਾਰਟੀ ਵਾਲੇ ਕਹਿਣਗੇ ਕਿ ਨਹੀਂ ਜੀ ਅਸੀਂ ਤਾਂ ਟਿਕਟ ਨਹੀਂ ਦੇਣੀ ਸੀ। ਕੋਈ ਬੀਜੇਪੀ ਚ ਤੁਹਾਡਾ ਚਲਾ ਗਿਆ, ਤੁਸੀਂ ਸੇਮ ਗੱਲ ਕਹਿ ਰਹੇ ਹੋ। ਕੋਈ ਬੀਜੇਪੀ ਦਾ ਹੋਰ ਪਾਸੇ ਚਲਾ ਗਿਆ, ਫਿਰ ਬੀਜੇਪੀ ਗੱਲ ਕਹੇਗੀ। ਜੇ ਅਕਾਲੀ ਦਲ ਦਾ ਕੋਈ ਛੱਡ ਕੇ ਚਲਾ ਜਾਂਦਾ ਜਾਂ ਅਕਾਲੀ ਦਲ ਚ ਸ਼ਾਮਲ ਹੋ ਜਾਂਦਾ ਤਾਂ ਸੇਮ ਸਟੇਟਮੈਂਟਸ ਨੇ। ਪਰ ਲੋਕ ਤਾਂ ਇਹ ਵੀ ਕਹਿਣਾ ਚਾਹੁੰਦੇ ਨੇ ਜਾਂ ਜਾਣਨਾ ਚਾਹੁੰਦੇ ਨੇ ਕਿ ਤੁਹਾਡੇ ਤਾਂ ਆਗੂ ਨਾਰਾਜ਼ ਸੀ, ਤੁਸੀਂ ਮਨਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਮੈਂ ਕਹਿੰਦਾ ਵੀ ਡੁੱਬਦੇ ਨੂੰ ਤਿਨਕੇ ਦਾ ਸਹਾਰਾ ਬੀਜੇਪੀ ਵਾਲਿਆਂ ਨੂੰ ਕੋਈ ਲੱਭਦਾ ਨਹੀਂ ਤੇ ਇਹਨਾਂ ਨੂੰ ਕੋਈ ਲੈਂਦਾ ਨਹੀਂ। ਕੋਈ ਗੱਲ ਨਹੀਂ, ਇਹ ਤਾਂ ਰਾਜਨੀਤੀ ਆ। ਕਾਂਗਰਸ ਪਾਰਟੀ ਇੱਕ ਸਮੁੰਦਰ ਹੈ, ਸਮੁੰਦਰ ਨੂੰ ਕੋਈ ਫਰਕ ਨਹੀਂ ਪੈਂਦਾ। ਇੱਥੇ ਬਹੁਤ ਵੱਡੇ ਤਰੀਕੇ ਨਾਲ ਇਹੋ ਥੋੜੇ ਦਿਨ ਪਹਿਲਾਂ ਇਹਨਾਂ ਲੋਕਾਂ ਨੇ ਚੰਨੀ ਸਾਹਿਬ ਦੀ ਰੈਲੀ ਵੀ ਕਰਾਈ। ਪਰ ਚਲੋ ਠੀਕ ਹੈ, ਕੁਝ ਅਹੁਦੇਦਾਰੀਆਂ ਦੀ ਇਹਨਾਂ ਲੋਕਾਂ ਨੂੰ ਲਾਲਚ ਹੁੰਦਾ ਹੈ, ਜੋ ਪਾਰਟੀ ਵੱਲੋਂ ਦਿੱਤਾ ਮਾਨ ਸਤਿਕਾਰ ਸ਼ਾਇਦ ਇਹਨਾਂ ਨੂੰ ਚੰਗਾ ਨਾ ਲੱਗਾ ਹੋਵੇ। ਇਹੋ ਲੋਕ ਨੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਕਤਾਰ 'ਚ ਰਹੇ ਤੇ ਅੱਜ ਉਹਨਾਂ ਦਾ ਵੀ ਕੀ ਹਾਲ ਕੀਤਾ ਤੇ ਉਧਰ ਵੀ ਇਹੀ ਹਾਲ ਕਰਨਗੇ। ਤੇ ਬਿਲਕੁਲ ਕਾਂਗਰਸ ਪਾਰਟੀ ਦੇ ਹੌਸਲੇ ਬੁਲੰਦ ਨੇ। ਤੁਹਾਡੀ ਸਟੇਟਮੈਂਟ ਆ ਗਈ ਜੈਬੰਸ ਜੀ, ਮੈਂ ਰੁਕ ਕਰ ਲਵਾਂ। ਰੂਬੀ, ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਜੈਬੰਸ ਜੀ ਸਾਡੇ ਨਾਲ ਬੀਜੇਪੀ ਦੇ ਨੁਮਾਇੰਦੇ ਜੁੜੇ ਹੋਏ ਨੇ। ਜੈਬੰਸ ਜੀ, ਪਹਿਲੀ ਸਟੇਟਮੈਂਟ ਦੇਖੋ, ਮੈਂ ਉਸ ਦੇ ਉੱਤੇ ਤੁਹਾਡੇ ਤੋਂ ਜਵਾਬ ਚਾਹੂੰਗਾ। ਕਾਂਗਰਸੀ ਕਹਿੰਦੇ ਨੇ ਕਿ ਬੀਜੇਪੀ ਨੂੰ ਕੋਈ ਲੱਭਦਾ ਨਹੀਂ ਤੇ ਰਾਣਾ ਸੋਢੀ ਨੂੰ ਕੋਈ ਲੈਂਦਾ ਨਹੀਂ ਤੇ ਇਸ ਕਰਕੇ ਹੁਣ ਦੋਵੇਂ ਇੱਕ ਹੋ ਗਏ ਨੇ। ਚਲੋ ਜੀ, ਜੋ ਵੀ ਕਹਿਣਾ ਚਾਹੁੰਦੀ ਹੈ ਕਾਂਗਰਸ, ਉਹਨਾਂ ਦਾ ਹੱਕ ਬਣਦਾ ਹੈ। ਜਿਹੜੇ ਤਰੀਕੇ ਨਾਲ ਵੀ ਸੋਚਣਾ ਚਾਹੁੰਦੇ ਨੇ ਉਹਨਾਂ ਦਾ ਹੱਕ ਬਣਦਾ ਹੈ, ਜੋ ਮਰਜ਼ੀ ਕਹਿਣ। ਪਰ ਅਗਰ ਰਾਜਨੀਤੀ ਸਹੀ ਤਰੀਕੇ ਨਾਲ ਦੇਖੀ ਜਾਏ ਤੇ ਅਗਰ ਮੈਂ ਕਾਂਗਰਸ ਪਾਰਟੀ 'ਚ ਹੋਵਾਂ ਤੇ ਇਸ ਵੇਲੇ ਮੈਂ ਬਹੁਤ ਜ਼ਿਆਦਾ ਵਰਿਡ ਹੋਵਾਂ ਕਿ ਇਹ ਕੀ ਹੁੰਦਾ ਜਾ ਰਿਹਾ ਹੈ, ਕਿਸ ਤਰੀਕੇ ਦੇ ਨਾਲ ਪਾਰਟੀ ਜਿਹੜੀ ਹੈ ਇੰਟਰਨਲੀ ਟੁੱਟਦੀ ਜਾ ਰਹੀ ਹੈ। ਹੁਣੇ ਇਹ ਕਹਿੰਦੇ ਨੇ ਕਿ ਉਹਨਾਂ ਨੇ ਅਮਰਿੰਦਰ ਸਿੰਘ ਨੂੰ ਤੋੜ ਦਿੱਤਾ। ਇਹਦਾ ਮਤਲਬ ਇਹਨਾਂ ਨੇ ਐਡਮਿਟ ਕਰ ਲਿਆ ਕਿ ਕੋਈ ਨਾ ਕੋਈ ਸਾਜ਼ਿਸ਼ ਉੱਥੇ ਹੈਗੀ ਸੀਗੀ ਜਿਹਨੇ ਅਮਰਿੰਦਰ ਸਿੰਘ ਨੂੰ ਤੋੜਿਆ ਹੋਇਆ ਹੈ ਤੇ देयर वर फोर्सेस ਵਿਦਨ ਦ ਕਾਂਗਰਸ ਵਿਚ ਵਰ ਵਰਕਿੰਗ ਟੂ ਬ੍ਰੇਕ ਹਿਮ। ਸੋ ਇਹਨਾਂ ਨੇ ਆਪਣੇ ਆਪ ਇਸ ਚੀਜ਼ ਨੂੰ ਮੰਨ ਲਿਆ। ਦੂਸਰੀ ਗੱਲ, ਰਾਣਾ ਗੁਰਮੀਤ ਸੋਢੀ ਬਹੁਤ ਪੁਰਾਣੇ ਇਹਨਾਂ ਦੇ ਲੀਡਰ ਨੇ, ਕਈ ਵਾਰ ਮਿਨਿਸਟਰ ਰਹੇ ਹੋਏ ਨੇ। ਉਹ ਹੀ ਵਾਸ ਵਨ ਆਫ ਦ ਪਿਲਰਸ। ਤੇ ਐਸੇ ਪਿਲਰ ਦੇ ਵਾਸਤੇ ਚਲੇ ਜਾਣਾ, ਕੋਈ ਛੋਟਾ ਮੋਟਾ ਆਦਮੀ ਚਲਾ ਜਾਏ ਜਿਹਨੂੰ ਇਹ ਕਹਿਣ ਕਿ ਚਲੋ ਠੀਕ ਹੈ ਉਹ ਤੇ ਪ੍ਰਵਕਤਾ ਸੀਗਾ ਜਾਂ ਕੁਝ ਹੋਰ ਸੀਗਾ, ਤੇ ਦੂਸਰੀ ਗੱਲ ਹੈ ਅਗਰ ਇਹਨਾਂ ਦੇ ਪਿਲਰ ਹੀ ਜਾ ਰਹੇ ਨੇ ਤੇ ਉਹਦੇ ਬਾਅਦ ਵੀ ਇਹ ਅਗਰ ਡਿਨਾਇਲ ਮੋਡ ਦੇ ਵਿੱਚ ਹਾਰ ਰਹੇ ਸੀ, ਸਾਡੇ ਸਰਵੇ ਦੱਸ ਰਹੇ ਸੀ ਅਸੀਂ ਟਿਕਟ ਦੇਣੀ ਨਹੀਂ ਸੀ, ਦੱਸ ਦਿੱਤਾ ਸੀ ਰਾਣਾ ਸੋਢੀ ਨੂੰ, ਇਸ ਕਰਕੇ ਉਹ ਚਲੇ ਗਏ। ਹਾਂ ਚਲੋ ਠੀਕ ਹੈ, ਤੁਸੀਂ ਮੈਨੂੰ ਇਹ ਦੱਸੋ ਕਿ ਇੱਕ ਟਾਈਮ ਸੀਗਾ ਜਦੋਂ ਕਹਿੰਦੇ ਸੀ ਕਿ ਹੁਣ ਇਹ ਹਜੇ ਤੱਕ ਵੀ ਕਹਿੰਦੇ ਨੇ ਕਿ ਬੀਜੇਪੀ ਦਾ ਇੱਥੇ ਕੋਈ ਵਜੂਦ ਨਹੀਂ ਹੈ। ਤੇ ਅਗਰ ਬੀਜੇਪੀ ਦਾ ਕੋਈ ਵਜੂਦ ਨਹੀਂ ਤੇ ਸਾਡੇ ਵਰਗੇ ਬੰਦੇ ਜਿਹੜੇ ਡਟ ਕੇ ਬੀਜੇਪੀ ਦੇ ਵਿੱਚ ਏਡੇ ਸਾਲਾਂ ਤੋਂ ਕਿਉਂ ਬੈਠੇ ਹੋਏ ਨੇ? ਪਾਰਟੀ ਲਾਇਲਟੀ ਵੀ ਕੋਈ ਚੀਜ਼ ਹੁੰਦੀ ਹੈ। ਹਾਰ ਜਿੱਤ ਸਭ ਕੁਝ ਨਹੀਂ ਹੁੰਦਾ ਕਿ ਹਾਰ ਗਿਆ ਕੋਈ ਤੇ ਜਿੱਤ ਗਿਆ ਕੋਈ, ਤੇ ਕੋਈ ਪਾਰਟੀ ਲਾਇਲਟੀ ਹੁੰਦੀ ਹੈ, ਕੋਈ ਆਈਡੀਓਲੋਜੀ ਹੁੰਦੀ ਹੈ। ਬੰਦਾ ਆਈਡੀਓਲੋਜੀ ਵਾਸਤੇ ਪਾਰਟੀ ਨਾਲ ਰਹਿੰਦਾ ਹੈ। ਵਿਨਿੰਗ ਐਬਿਲਿਟੀ ਦੇ ਉੱਤੇ ਟਿਕਟ ਦਿੱਤੀ ਜਾਂਦੀ ਹੈ। ਜੇ ਉਹਨਾਂ ਨੂੰ ਲੱਗ ਰਿਹਾ ਕਿ ਰਾਣਾ ਸੋਢੀ ਜਿੱਤਣ ਵਾਲੀ ਪੋਜੀਸ਼ਨ ਦੇ ਵਿੱਚ ਨਹੀਂ ਸੀ ਤਾਂ ਕਾਂਗਰਸ ਕਹਿ ਰਹੀ ਹੈ ਤਾਂ ਟਿਕਟ ਕੱਢ ਦੇਣੀ ਸੀ। ਉਹ ਤਾਂ ਬੀਜੇਪੀ ਵੀ ਕਰਦੀ ਹੈ, ਬੀਜੇਪੀ ਵੀ ਆਪਣੇ ਵਿਧਾਇਕਾਂ ਦੀ, ਮੰਤਰੀਆਂ ਦੀ ਟਿਕਟ ਕੱਢ ਦਿੰਦੀ ਹੈ, ਕੋਈ ਨਵੀਂ ਗੱਲ ਨਹੀਂ ਹੈ। ਉਹ ਠੀਕ ਹੈ, ਤੇ ਰਾਣਾ ਸੋਢੀ ਨੂੰ ਉੱਥੇ ਰਹਿਣਾ ਚਾਹੀਦਾ ਸੀ ਨਾ। ਸਾਨੂੰ ਤੇ ਇਹ ਵੀ ਨਹੀਂ ਪਤਾ ਕਿ ਇੱਥੇ ਬੀਜੇਪੀ ਦੇ ਵਿੱਚ ਕਿਹਨੂੰ ਟਿਕਟ ਮਿਲਣੀ ਹੈ। ਸਾਰੇ ਬੰਦੇ ਬੜੇ ਜ਼ੋਰ ਸ਼ੋਰ ਦੇ ਨਾਲ ਕੰਮ ਕਰੀ ਜਾ ਰਹੇ ਨੇ। ਕਿਸੇ ਨੇ ਹਜੇ ਤੱਕ ਤੁਸੀਂ ਸੁਣਿਆ ਕਿਸੇ ਨੂੰ ਬੀਜੇਪੀ ਦੇ ਵਿੱਚ ਕਹਿੰਦੇ ਹੋਏ ਕਿ ਮੈਨੂੰ ਟਿਕਟ ਚਾਹੀਦੀ ਹੈ, ਮੈਨੂੰ ਨਹੀਂ ਚਾਹੀਦੀ ਹੈ? ਇਹ ਹੁੰਦਾ ਡਿਸਿਪਲਿਨ। तो ये डिसिपलिन मेनटेन करना बहुत जरूरी होंदा है। अगर राणा सोढी सिर्फ टिकट के वास्ते उत्थे ना होंदे, उन्होंने लॉयल्टी तोड़ी होंदी, मैं नहीं समझदा उत्थे होर बड़ियां चीज़ां ने। उत्थे तानाशाही है, उत्थे करप्शन है, उत्थे जोज हां दा मतलब एक कोटरी बनी हुई है। उत्थे उन्हां दा जिहड़ा इस कहंदे ने सिद्धू साहब ने
ਪਤਾ ਨਹੀਂ ਕੈਸੀਆਂ ਉਲਟ ਪੁਲਟ ਚੀਜ਼ਾਂ ਕਹਿੰਦੇ ਰਹਿੰਦੇ ਨੇ ਸਾਰਾ ਟਾਈਮ। ਇਹਨਾਂ ਨੂੰ ਖਤਰਾ ਪੈ ਗਿਆ ਸਾਰੇ ਬੰਦਿਆਂ ਨੂੰ ਕਾਂਗਰਸ ਦੇ ਵਿੱਚ ਕਿ ਕਾਂਗਰਸ ਬਿਲਕੁਲ ਸੈਂਟਰ ਤੋਂ ਸੀਮ ਤੋਂ ਹੀ ਨਾ ਟੁੱਟ ਜਾਏ ਤੇ ਇਹਨਾਂ ਦੀ ਮਤਲਬ ਇਹਨਾਂ ਦਾ ਪੋਲੀਟੀਕਲ ਕੈਰੀਅਰ ਕੀ, ਇਹਨਾਂ ਦੀ ਪੂਰੀ ਲਾਈਫ ਜਿਹੜੀ ਆ ਉਹ ਖਰਾਬ ਹੋ ਜਾਏਗੀ। ਇਸੇ ਵਾਸਤੇ ਲੋਕ ਆ ਰਹੇ ਨੇ। ਰਾਣਾ ਸੋਢੀ ਜੀ ਇੱਕੋ ਹੀ ਆਏ ਨੇ, ਤੁਸੀਂ ਹਜੇ ਦੇਖੋ ਹੋਰ ਕਿੰਨੇ ਆਉਂਦੇ ਨੇ। ਮੈਂ ਜਵਾਬ ਲੈਣਾ ਸਰ, ਮੈਂ ਇੱਕ ਵਾਰੀ ਜਵਾਬ ਲੈਣਾ, ਮੈਂ ਤੁਹਾਡੇ ਵਾਪਸ ਦੇਖੋ ਇਹੀ ਗੱਲ ਕਹਿ ਰਹੇ ਨੇ ਆਪਸ਼ਨ ਹੈ। ਤੇ ਰਾਣਾ ਸੋਢੀ ਆਪਣੀ ਸਟੇਟਮੈਂਟ ਦੇ ਵਿੱਚ ਕਹਿ ਕੇ ਗਏ ਕਿ ਧਰਮ ਨਿਰਪੱਖਤਾ ਜੋ ਸੈਕੂਲਰਿਜ਼ਮ ਪਹਿਲਾਂ ਨਜ਼ਰ ਆਉਂਦਾ ਸੀ ਕਾਂਗਰਸ ਨਜ਼ਰ ਨਹੀਂ ਆਉਂਦਾ। ਬੀਜੇਪੀ ਦੇ ਆਗੂ ਕਹਿ ਰਹੇ ਨੇ ਕਿ ਇੰਟਰਨਲ ਪਾਰਟੀ ਟੁੱਟਦੀ ਜਾ ਰਹੀ ਹੈ, ਖਾਸ ਤੌਰ ਤੇ ਪੰਜਾਬ ਦਾ ਉਹ ਜ਼ਿਕਰ ਕਰ ਰਹੇ ਨੇ। ਜਨਾਬ ਟੁੱਟ ਤਾਂ ਇਹ ਰਹੇ ਆ, ਪੂਰੇ 1 ਸਾਲ ਲੋਕਾਂ ਨੇ ਇਹਨਾਂ ਨੂੰ ਪਿੰਡਾਂ 'ਚ ਨਹੀਂ ਜਾਣ ਦਿੱਤਾ। ਸਾਰੀਆਂ ਇਲੈਕਸ਼ਨਾਂ 'ਚ ਇਹਨਾਂ ਦੀ ਜ਼ਮਾਨਤਾਂ ਜ਼ਬਤ ਹੋਈਆਂ। ਪੱਛਮ ਬੰਗਾਲ ਵਰਗੀਆਂ ਸਟੇਟਾਂ ਤੋਂ ਇਹਨਾਂ ਨੂੰ ਮੁੱਠਾਂ ਖਾਣੀ ਪਈ। ਇਹਨਾਂ ਨੂੰ ਰਿਜ਼ਲਟ ਦਿਸ ਰਿਹਾ, ਚਲੋ ਕੋਈ ਗੱਲ ਨਹੀਂ, ਕਈ ਪਾਰਟੀਆਂ ਦੇ ਵਿੱਚ ਕੋਈ ਦਲ ਬਦਲੂ ਲੋਕ ਹੁੰਦੇ ਆ, ਉਹ ਚਲੇ ਗਏ, ਕੋਈ ਫਰਕ ਨਹੀਂ ਪੈਂਦਾ। ਕਾਂਗਰਸ ਪਾਰਟੀ ਮਜ਼ਬੂਤ ਹੈ। ਸਾਡੇ ਨਾਲ ਵੀ ਕਈ ਵਿਧਾਇਕ ਆਏ ਨੇ, ਕਈ ਇਹਨਾਂ ਦੇ ਜਿਹੜੇ ਪਾਰਟੀ ਦੇ ਵੱਡੇ ਲੀਡਰ ਨੇ ਉਹ ਆਉਣਗੇ। ਤੇ ਇਹ ਤਾਂ ਜਿਹੜੇ ਬਾਗਾਂ ਦੇ ਗੱਲ ਪਟਵਾਰੀ ਨੇ, ਚਲੋ ਠੀਕ ਹੈ, ਇਹ ਆਪਦਾ ਕਰ ਰਹੇ ਨੇ। ਪੰਜਾਬ 'ਚ ਹਮੇਸ਼ਾ ਕਈ ਤਰ੍ਹਾਂ ਦੀਆਂ ਛੁੱਲੀਆਂ ਛੱਡਦੇ ਨੇ, ਕਈ ਤਰ੍ਹਾਂ ਦੀਆਂ ਇਹਨਾਂ ਦੀਆਂ ਸਟੇਟਮੈਂਟ ਆਉਂਦੀਆਂ ਹੈ। ਅੱਜ ਵੀ ਸ਼ਿਕਾਵਤ ਸਾਹਿਬ ਅਕਾਲੀ ਦਲ ਦੇ ਚਲੋ ਆਪਣੇ ਮਜੀਠੀਆ ਸਾਹਿਬ ਤੇ ਜਿਹੜੀ FRA ਉਹਦੇ ਤੇ ਗੱਲ ਕਰ ਰਹੇ ਸੀ। ਮੈਂ ਉਹਨਾਂ ਤੋਂ ਵੀ ਸਵਾਲ ਪੁੱਛਣਾ ਚਾਹੁੰਦਾ ਵੀ 10 ਸਾਲ ਤੁਸੀਂ ਵੀ ਉਹਨਾਂ ਦੇ ਭਾਈਵਾਲ ਰਹੇ ਹੋ, ਤੁਸੀਂ ਭਾਈਵਾਲ ਰਹੇ ਹੋ, ਪੰਜਾਬ ਨੂੰ ਉਜਾੜਨ ਦੇ ਵਿੱਚ ਤੁਹਾਡਾ ਵੀ ਬੜਾ ਵੱਡਾ ਰੋਲ ਹੈ। ਤੁਹਾਨੂੰ ਵੀ 17 ਦੀਆਂ ਇਲੈਕਸ਼ਨਾਂ 'ਚ 3 ਸੀਟਾਂ ਹੀ ਆਈਆਂ ਸੀਗੀਆਂ, ਉਹ ਆંકੜਾ ਪਾਰ ਐਤਕੀ ਵੀ ਨਹੀਂ ਕੀਤਾ ਜਾਣਾ। ਤੇ ਬਿਲਕੁਲ ਇਸ ਮੌਕੇ ਦੀ ਸਰਕਾਰ ਤੇ ਪੰਜਾਬ ਦੇ ਲੋਕ ਯਕੀਨ ਕਰ ਰਹੇ ਆ, ਪੰਜਾਬ ਦੇ ਲੋਕਾਂ ਨੂੰ ਉਸ ਵੀ ਵੱਲ ਲੈ ਕੇ। ਠੀਕ ਹੈ ਜੈਬਾਨ ਜੀ, ਜਵਾਬ ਤੁਹਾਡਾ ਸਰ। ਬਹੁਤ ਸੀਰੀਅਸ ਐਲੀਗੇਸ਼ਨ ਬਾਹਰ ਪਲਟ ਮਾਰ ਹੋ ਰਿਹਾ, ਪਰ ਜੀ ਮਾਨਯੋਗ ਨੇ ਰੂਬੀ ਜੀ, ਮਾਨਯੋਗ ਨੇ। ਮੈਨੂੰ ਨੂੰ ਇਹਨਾਂ ਦੀ ਗੱਲ ਦੇ ਉੱਤੇ ਬਹੁਤ ਤਰਸ ਆ ਰਿਹਾ ਹੈ। ਹੀ ਇਜ਼ ਇਨ ਅ ਡਿਫੈਂਸਿਵ ਮੋਡ। ਜਦੋਂ ਦਾ ਮੈਂ ਡਿਬੇਟ 'ਚ ਬਹਿਣਾ, ਇੱਥੇ ਕਿੰਨੇ ਪ੍ਰਵਕਤਾ ਆਉਂਦੇ ਹੁੰਦੇ ਸੀ। ਬਰੀਵਾਲ ਆਉਂਦਾ ਸੀਗਾ, ਉਹਦੇ ਬਾਅਦ ਅਰਸ਼ਪ੍ਰੀਤ ਆਉਂਦਾ ਸੀਗਾ, ਹੋਰ ਲੇਡੀਜ਼ ਆਉਂਦੀਆਂ ਸੀਗੀਆਂ। ਉਹ ਸਾਰਿਆਂ ਨੇ ਆਉਣਾ ਬੰਦ ਕਰ ਦਿੱਤਾ, ਪਤਾ ਨਹੀਂ ਕਿੱਧਰ ਚਲੇ ਗਏ ਨੇ। ਉਹ ਵੀ ਸ਼ਾਇਦ ਬੀਜੇਪੀ ਦੇ ਵਾਲੀ ਉਹਨਾਂ ਦਾ ਮੂੰਹ ਕਿਧਰੇ ਹੋਏ। ਰੂਬੀ ਜੀ ਦੇ ਨਾਲ ਤੇ ਅੱਜ ਮੈਂ ਪਹਿਲੀ ਵਾਰੀ ਡਿਬੇਟ 'ਚ ਬੈਠਿਆ ਤੇ ਇਹ ਕਹਿਣਾ, ਦੇਖੋ ਅਗਰ ਸਾਨੂੰ ਨਹੀਂ ਸੀ ਜਾਣ ਦਿੰਦੇ, ਪਿੰਡਾਂ ਦੇ ਵਿੱਚ ਜਾਣ ਨਹੀਂ ਸੀ ਦਿੰਦੇ, ਤੇ ਅਸੀਂ ਬੀਜੇਪੀ ਤੇ ਛੱਡ ਕੇ ਨਹੀਂ ਨਾ ਗਏ। ਵੀ ਅਸੀਂ ਬੀਜੇਪੀ ਦੀ ਜਿਹੜੀ ਕੋਰ ਟੀਮ ਹੈ ਉਹ ਵਰਸਟ ਟਾਈਮ ਦੇ ਵਿੱਚ ਵੀ ਬੀਜੇਪੀ ਦੇ ਨਾਲ ਸੀਗੀ। ਪਰ ਇਹਨਾਂ ਦਾ ਤੇ ਜਿੱਦਾਂ ਵੈਨ ਅ ਸ਼ਿਪ ਇਜ਼ ਸਿੰਕਿੰਗ ਦ ਰੈਟਸ ਆਰ ਦ ਫਰਸਟ ਟੂ ਜੰਪ ਆਊਟ ਆਫ ਦ ਸ਼ਿਪ। ਇਹ ਕਹਾਵਤ ਹੈਗੀ ਹੈ ਕਿ ਜੋ ਚੂਹੇ ਸਭ ਤੋਂ ਪਹਿਲੇ ਡੁੱਬਦੀ ਨਈਆਂ ਨੂੰ ਛੱਡਦੇ ਨੇ, ਤੇ ਉਹ ਇਹਨਾਂ ਦਾ ਹਾਲ ਹੁੰਦਾ ਜਾ ਰਿਹਾ ਹੈ। ਤੇ ਇਹਨਾਂ ਨੂੰ ਆਪਣੇ ਬਾਰੇ ਸੋਚ ਲੈਣਾ ਚਾਹੀਦਾ ਹੈ, ਸਾਡੇ ਬਾਰੇ ਨਾ ਸੋਚਣ। ਤੇ ਮੈਂ ਇਹਨਾਂ ਨੂੰ ਅਗਵਾਹ ਕਰਦਾ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਇਹਨਾਂ ਦੇ ਹੋਰ ਵੀ ਬਹੁਤ ਠੀਕ ਹੈ। ਮੈਂ ਛੋਟਾ ਜਿਹਾ ਸਟੇਟਮੈਂਟ ਮੈਂ ਜੀ ਰੂਬੀ ਜੀ ਕੁਝ ਕਹਿਣਾ ਚਾਹ ਰਹੇ ਨੇ। ਠੀਕ ਹੈ, ਮੈਂ ਰੂਬੀ ਜੀ ਕੁਝ ਕਹਿਣਾ ਚਾਹ ਰਹੇ ਨੇ, ਮੈਂ ਵਾਪਸ ਆਣਾ ਹੈ। ਰੂਬੀ ਜੀ ਜਿਸ ਪਾਰਟੀ ਕੋਲ ਅੱਜ 117 ਹਲਕਿਆਂ ਦੇ ਵਿੱਚ ਮੇਰੇ ਖਿਆਲ ਕੈਂਡੀਡੇਟ ਵੀ ਨਹੀਂ, ਪੂਰਾ ਢਾਂਚਾ ਵੀ ਨਹੀਂ, ਉਹ ਅੱਜ ਇਦਾਂ ਦੀਆਂ ਗੱਲਾਂ ਕਰ ਰਿਹਾ, ਸਾਨੂੰ ਵੀ ਇਹਨਾਂ ਤੇ ਹਾਸਾ ਆ ਰਿਹਾ। ਤੇ ਕੋਈ ਗੱਲ ਨਹੀਂ, ਕੋਈ ਫਰਕ ਨਹੀਂ ਪੈਂਦਾ। ਇਲੈਕਸ਼ਨ ਤੁਹਾਨੂੰ ਲੱਗਦਾ ਫਿਰ ਰਾਣਾ ਸੋਢੀ ਨੇ ਗਲਤ ਸਟੈਪ ਚੱਕ ਲਿਆ ਕਿ ਹੋਰ ਪਾਰਟੀ ਚਲੇ ਜਾਂਦੇ ਜਿਨ੍ਹਾਂ ਦੇ ਕੋਲ ਪੂਰਾ ਢਾਂਚਾ ਤਾਂ ਘੱਟੋ ਘੱਟ ਹੋਵੇ 117 ਸੀਟਾਂ ਤੇ, ਜੋ ਤੁਹਾਡੇ ਲਈ ਜਿਹੜੀ ਮਰਜ਼ੀ ਪਾਰਟੀ 'ਚ ਜਾਣ, ਜਿਹੜੇ ਲੋਕ ਦਾਗੀ ਹੋ ਜਾਣ, ਜੇ ਉਹ ਪਾਰਟੀ ਬਦਲਣ, ਕਿਸੇ ਨੂੰ ਕੋਈ ਫਰਕ ਦਾਗੀ ਕਿਵੇਂ ਹੋ ਗਿਆ ਸਰ? ਰਾਣਾ ਸੋਢੀ ਕਾਂਗਰਸੀ ਕਿਵੇਂ ਦਾਗੀ ਕਹਿ ਰਹੇ ਨੇ ਰਾਣਾ ਸੋਢੀ? ਜਦੋਂ ਉਹ ਇਲੈਕਸ਼ਨ ਹਾਰ ਰਹੇ ਸੀ, ਜਦੋਂ ਸਿਰਵੇ ਆ ਰਹੇ ਸੀ, ਉਹ ਇਲੈਕਸ਼ਨ ਜਿੱਤ ਨਹੀਂ ਰਹੇ ਸੀ, ਪਾਰਟੀ ਨੇ ਸਾਫ਼ ਉਹਨਾਂ ਨੂੰ ਦੱਸ ਦਿੱਤਾ ਸੀ। ਪਰ ਉਹ ਜੇ ਟਿਕਟ ਲਈ ਗਏ ਨੇ, ਜੋ ਟਿਕਟ ਲਈ ਲੜਨਾ ਚਾਹੁੰਦੇ ਨੇ, ਤੇ ਉਹ ਸਾਹਮਣੇ ਪਤਾ ਲੱਗ ਜਾਊਗਾ। 2-2 ਟਿਕਟਾਂ ਉਹ ਮੰਗਦੇ ਨੇ, ਦੋਵੇਂ ਥਾਵਾਂ ਤੋਂ ਇਲੈਕਸ਼ਨ ਨਹੀਂ ਸੰਭਾਲ ਪਾ ਰਹੇ ਨਾ ਸਰ ਤੁਸੀਂ। ਕਾਂਗਰਸ ਸਾਰੇ ਵਿਧਾਇਕਾਂ ਨੂੰ ਟਿਕਟ ਦੇ ਦੇਗੀ? ਨਹੀਂ ਹੋ ਸਕਦਾ ਨਾ। ਹੋ ਸਕਦਾ ਕਿ ਕੁਝ ਵਿਧਾਇਕਾਂ ਦੀ ਟਿਕਟ ਕਟੇ, ਫਿਰ ਜਿਨ੍ਹਾਂ ਦੀ ਟਿਕਟ ਕਟੇਗੀ ਉਹ ਜਾਣਗੇ, ਤੁਸੀਂ ਨਹੀਂ ਰੋਕੋਗੇ ਉਹਨਾਂ ਨੂੰ। ਗੌਰਵ ਜੀ, ਇਹ ਰਾਜਨੀਤੀ ਹੈ। ਉੱਤਰਾਖੰਡ ਦੇ ਵਿੱਚ ਇਹਨਾਂ 3 ਮੁੱਖ ਮੰਤਰੀ ਬਦਲਤੇ ਕਿਸ ਤਰੀਕੇ ਨਾਲ। ਦੇਖੋ ਇਹ ਹਰ ਪਾਰਟੀ ਦੀ ਪ੍ਰਕਿਰਿਆ ਹੈ। ਲੋਕ ਆਉਂਦੇ ਨੇ, ਲੋਕ ਜਾਂਦੇ ਨੇ, ਤੇ ਸਾਡੇ ਵੀ ਬੜਾ ਵੱਡਾ ਮੈਂ ਕਹਿੰਦਾ ਲਾਈਨਾਂ ਲੱਗੀਆਂ ਪਈਆਂ। ਕਿੰਨੇ MLA ਤਾਂ ਆਮ ਆਦਮੀ ਪਾਰਟੀ ਦੇ ਅੱਗੇ, ਕੁਝ ਇਹਨਾਂ ਦੇ ਆਗੂ ਵੀ ਜੁਆਇਨ ਕਰ ਰਹੇ ਨੇ, ਤੇ ਬਿਲਕੁਲ ਤੁਹਾਡੇ ਸਾਹਮਣੇ ਆ ਜਾਣਾ। ਉਹ ਤਾਂ ਇਲੈਕਸ਼ਨਾਂ ਦੇ ਵਿੱਚ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਵਾਂ। ਜੈਬਾਨ ਜੀ, ਸਭ ਦਾ ਵੈਲਕਮ ਹੈ। ਕਾਂਗਰਸ ਜਿਸ ਨੂੰ ਟਿਕਟ ਨਾ ਮਿਲੇ, ਜਿਸ ਦੇ ਸਰਵੇ ਜਿਸ ਦੇ ਅਗੇਂਸਟ ਜਾਂਦੇ ਹੋਣ, ਕਿਸੇ ਦੇ ਕੋਈ ਐਲੀਗੇਸ਼ਨ ਹੋਵੇ, ਕੋਈ ਕਿਸੇ ਦਾ ਕਰੀਬੀ ਹੋਵੇ, ਸਭ ਦਾ ਵੈਲਕਮ ਹੈ। ਕੋਈ ਵੀ ਆਵੇ ਤਾਂ ਬੀਜੇਪੀ ਉਹਦਾ ਵੈਲਕਮ ਕਰੇਗੀ। ਬਿਲਕੁਲ ਨਹੀਂ ਹੈ। ਇਹ ਤੇ ਅਸੀਂ ਤੇ ਲਾਈਕ ਮਾਈਂਡਡ ਲੋਕਾਂ ਨੂੰ ਲੈਣੇ ਆ, ਜਿਹੜੇ ਅਸੀਂ ਸਿਧਾਂਤ ਤੇ ਅਸੂਲ ਜਿਹੜੇ ਅਸੀਂ ਦੱਸੇ ਹੋਏ ਨੇ ਕਿ ਅਸੀਂ ਡਰੱਗਸ ਦੇ ਖਿਲਾਫ ਲੜਨਾ ਹੈ, ਅਸੀਂ ਲਾਅ ਐਂਡ ਆਰਡਰ ਵਾਸਤੇ ਲੜਨਾ ਹੈ, ਅਸੀਂ ਡਿਵੈਲਪਮੈਂਟ ਵਾਸਤੇ ਲੜਨਾ ਹੈ, ਅਸੀਂ ਐਜੂਕੇਸ਼ਨ ਹੈਲਥ ਵਾਸਤੇ ਲੜਨਾ ਹੈ। ਅਸੀਂ ਇੱਕ ਵਾਰ ਵੀ ਨਹੀਂ ਕਿਹਾ ਕਿ ਅਸੀਂ ਕਿਸੇ ਨੂੰ 1000 ਰੁਪਏ ਦੇ ਦਾਂਗੇ। ਅਸੀਂ ਇਹ ਨਹੀਂ ਕਿਹਾ ਕਿ ਅਸੀਂ ਲਾਈਟ ਜਿਹੜੀ ਆ ਉਹਨੂੰ ਸਬਸਿਡਾਈਜ਼ ਕਰ ਦਾਂਗੇ। ਅਸੀਂ ਇੱਥੋਂ ਦੇ ਲੋਨ ਵਾਸਤੇ ਲੜਨਾ ਹੈ। ਵੀ ਹੈਵ ਗॉट ਵੈਰੀ ਸਟਰੋਂਗ ਏਜੰਡਾਜ਼, ऐसे एजेंडाज जो कि बीजेपी अपनी सारिया स्टेट्स ਦੇ ਵਿੱਚ ਲਗਾਉਂਦੀ ਹੈ। ਤੇ ਮੈਂ ਕਹਿ ਦਿੰਦਾ ਰੂਬੀ ਜੀ ਨੂੰ ਕਿ ਜਿਹੜਾ 117 ਕਹਿੰਦੇ ਨੇ ਸਾਡੇ ਕੋਲ ਬੰਦੇ ਨਹੀਂ ਨੇ। ਅਸੀਂ ਬਹੁਤ ਸਾਲ 1.5-2 ਸਾਲ ਹੋ ਗਏ ਸਾਨੂੰ ਬੜੀ ਮਿਹਨਤ ਕਰਦੇ ਹੋਏ। ਮੈਨੂੰ ਪਤਾ ਹੈ ਨਾ ਕਿੰਨੀ ਕੁ ਮਿਹਨਤ ਕੀਤੀ ਹੈ। ਐਂਡ ਵੀ ਆਰ ਵੈਰੀ ਵੈਲ ਪਲੇਸਡ ਇਨ ਆਲ ਕਨਸਟੀਟੂਐਂਸੀਜ਼।
ਅਸੀਂ ਬਿਲਕੁਲ ਸਾਡੇ ਕੋਲ ਆਪਣੇ ਵੀ ਬੰਦੇ ਹੈਗੇ ਨੇ। ਹੁਣ ਅਗਰ ਲਾਈਕ ਮਾਈਂਡਡ ਤੁਹਾਡਾ ਕੀ ਖਿਆਲ ਹੈ ਇੱਕ ਦਿਨ ਦੇ ਵਿੱਚ ਆ ਗਏ ਹੋਣਗੇ ਰਾਣਾ ਸੋਢੀ? ਅਸੀਂ ਜਦੋਂ ਗੱਲਬਾਤ ਕੀਤੀ ਹੈ ਕੈਪਟਨ ਸਾਹਿਬ ਦੇ ਨਾਲ ਤੇ ਇਟ ਵਾਸ ਡਨ ਓਵਰ 10 ਮੀਟਿੰਗਸ। ਅਸੀਂ ਬੰਦੇ ਨੂੰ ਪਹਿਲੇ ਪਹਿਚਾਨਦੇ ਹਾਂ ਕਿ ਉਹ ਬੰਦਾ ਯੂਜ਼ਫੁਲ ਵੀ ਹੈਗਾ, ਲਾਈਕ ਮਾਈਂਡਡ ਹੈਗਾ ਕਿ ਨਹੀਂ ਹੈਗਾ। ਸੋ ਜਿਹੜਾ ਅਦਰਵਾਈਜ਼ ਤੇ ਅਸੀਂ ਅਗਰ ਬੂਹੇ ਖੋਲ ਦਈਏ ਤੇ 7 ਮਿਨਿਸਟਰ ਤੇ ਇਹਨਾਂ ਦੇ ਹੁਣੇ ਤਿਆਰ ਨੇ ਆਉਣ ਵਾਸਤੇ, ਤਾਂ ਉਹ ਗੱਲ ਨਹੀਂ ਹੈ। ਜਿਹੜਾ ਬੰਦਾ ਲਾਈਕ ਮਾਈਂਡਡ ਹੋਏਗਾ ਤੇ ਬਾਕੀ ਟਿਕਟ ਦੀ ਗੱਲ ਹੈ, ਇਹ ਕਿੱਥੇ ਲਿਖਿਆ ਕਿ ਅਸੀਂ ਰਾਣਾ ਸੋਢੀ ਜੀ ਨੂੰ ਟਿਕਟ ਦੇ ਦਾਂਗੇ? ਹਜੇ ਤੱਕ ਸਾਡੀ ਟਿਕਟ ਦੀ ਕੋਈ ਨਹੀਂ। ਚਲੋ ਸਰ, ਵੱਡਾ ਬੰਦਾ ਆਇਆ ਤਾਂ ਫਿਰ ਤਕਰੀਬਨ ਤੈਅ ਹੀ ਹੁੰਦਾ ਕਿ ਟਿਕਟ ਤਾਂ ਮਿਲ ਹੀ ਜਾਣੀ ਆ। ਨਹੀਂ ਤੈਅ ਹੁੰਦਾ, ਪਰ ਹਜੇ ਕੋਈ ਡਿਸਟ੍ਰੀਬਿਊਸ਼ਨ ਤੇ ਨਹੀਂ ਨਾ ਹੋਈ। ਕੋਈ ਦੂਸਰਾ ਬੰਦਾ ਅਹੁਦਾ ਵੀ ਮਿਲ ਸਕਦਾ ਹੈ, ਕੋਈ ਰਿਸਪੌਂਸਿਬਿਲਿਟੀ ਵੀ ਮਿਲ ਸਕਦੀ ਹੈ। ਤੇ ਉਹ ਸਾਡੇ ਉੱਤੇ ਛੱਡਣ ਨਾ। ਰੂਬੀ ਜੀ ਆਪਣੀ ਗੱਲ ਕਰਨ। ਠੀਕ ਹੈ ਰੂਬੀ, ਮੈਂ ਹੁਣੇ ਦੱਸ ਦਿੱਤਾ। ਅਸੀਂ 1 ਸੈਕਿੰਡ ਗੌਰਵ ਜੀ, ਜੀ ਕੰਪਲੀਟ ਕਰ ਲਓ। 6 ਮਹੀਨੇ ਤੋਂ ਕਹਿ ਰਹੇ ਹਾਂ, 1 ਸੈਕਿੰਡ, ਇਹ 6 ਮਹੀਨੇ ਤੋਂ ਕਹਿ ਰਹੇ ਹਾਂ that we are ready to fight in 117 seats। 6 ਮਹੀਨੇ ਤੋਂ ਮੈਂ ਸੁਣ ਰਿਹਾ ਪ੍ਰਧਾਨ ਜੀ ਨੂੰ ਕਹਿੰਦੇ ਹੋਏ 10 ਡਿਬੇਟਾਂ ਦੇ ਵਿੱਚ ਮੈਂ ਇਹ ਗੱਲ ਕਰ ਦਿੱਤੀ ਹੈ। ਕਿੱਦਾਂ ਕਹਿੰਦੇ ਨੇ that we are not ready to fight in 117 seats? ਕੋਈ ਅੰਦਰ ਬੈਠੇ ਹੋਏ ਨੇ, ਇਹਨਾਂ ਨੇ ਕੋਈ ਜਲੂਸ ਰੱਖਿਆ ਹੋਇਆ ਉੱਥੇ। ਬੋਲੋ ਰੂਬੀ ਜੀ। ਦੇਖੋ, ਅੱਜ ਡਰੱਗ ਦੇ ਮੁੱਦੇ ਦੀ ਗੌਰਵ ਜੀ ਗੱਲ ਕਰ ਰਹੇ ਹੈ। ਅੱਜ ਲੇਟੈਸਟ ਮੁੱਦਾ ਚੱਲ ਰਿਹਾ ਸੀ ਤਾਂ ਕਰਕੇ ਦਿਖਾਤਾ, ਵਿਕਰਮ ਜੀਠੀਏ ਤੇ ਐਫਆਈਆਰ ਹੋ ਗਈ। 10 ਸਾਲੇ ਉਹਨਾਂ ਦੇ ਭਾਈਵਾਲ ਸੀ ਕਿ ਇਹ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਦੇ ਆ ਕਿ ਅਸੀਂ ਉਹਨਾਂ ਦੇ ਭਾਈਵਾਲ ਸੀ, ਅਸੀਂ ਗਲਤੀ ਮੰਨਦੇ ਆ। ਅੱਜ ਇਹ ਕਹਿ ਰਹੇ ਆ ਵੀ ਅਸੀਂ ਜਿਹੜੇ ਲੋਕ ਨਸ਼ੇ ਨੂੰ ਬੜਾਵਾ ਦਿੰਦੇ ਅਸੀਂ ਉਹਨਾਂ ਨੂੰ ਪਾਰਟੀ 'ਚ ਨਹੀਂ ਲੈਂਦੇ। ਤੁਸੀਂ ਤਾਂ 10 ਸਾਲ ਉਹਨਾਂ ਦੇ ਜੂਨੀਅਰ ਬਣ ਕੇ ਉਹਨਾਂ ਦੇ ਨਾਲ ਉਹਨਾਂ ਦੇ ਪਾਰਟਨਰ ਸੀਗੇ, ਕਿਹੜੇ ਸਰਕਾਰ ਦੇ ਹਿੱਸੇਦਾਰ ਸੀ ਕਿ ਉਹਨਾਂ ਗੁਨਾਹਗਾਰਾਂ 'ਚ ਗੁਨੇਗਾਰ ਤੁਸੀਂ ਵੀ ਬਣਦੇ ਹੋ। ਅੱਜ ਤੁਸੀਂ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਦੇ ਹੋ ਜੇ ਮਾਈਨਿੰਗ ਦੇ ਇਸ਼ੂ ਤੇ, ਸ਼ਰਾਬ ਦੇ ਇਸ਼ੂ ਤੇ, ਜਾਂ ਜੋ ਪੰਜਾਬ 'ਚ ਕਿਸ ਤਰੀਕਾਂ ਦੀਆਂ ਜੋ ਚੀਜ਼ਾਂ ਹੋਈਆਂ ਉਹਨਾਂ ਸਾਰੀਆਂ ਤੇ ਕੀ ਅੱਜ ਬੀਜੇਪੀ ਹੱਥ ਜੋੜ ਕੇ ਮਾਫੀ ਮੰਗਦੀ ਆ ਲੋਕਾਂ ਤੋਂ? ਕਿ ਅੱਜ ਜਿਹੜੇ ਕਿਸਾਨੀ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਨੌਕਰੀਆਂ ਦੇਤੀਆਂ, ਕਿ ਉਹਨਾਂ ਨੂੰ ਬਣਦਾ ਮੁਆਵਜ਼ਾ ਦੇਤਾ? ਮੈਂ ਅੱਜ ਆਪਦੀ ਗੱਲ ਕਰਦਾ, ਸਾਨੂੰ ਅਜੇ ਨੋਟਿਸ ਆਈ ਜਾਂਦੇ। ਅਸੀਂ ਯੂਥ ਕਾਂਗਰਸ ਨੇ ਦਿੱਲੀ 'ਚ ਜਾ ਕੇ ਇੰਡੀਆ ਗੇਟ ਦੇ ਕੋਲ ਮੁਜ਼ਾਹਰਾ ਕੀਤਾ ਸੀ। ਇਹ ਪਰਚਿਆਂ ਦੀ ਵੀ ਇਹ ਬਿਲਕੁਲ ਗਲਤ ਰਾਜਨੀਤੀ ਕਰ ਰਿਹਾ। ਜੇ ਕਿਸੇ ਦਾ ਕੋਈ ਪਰਚਾ ਖਾਰਜ ਨਹੀਂ ਹੋਇਆ, ਇਹ ਬਿਲਕੁਲ ਇਹ ਡਬਲ ਸਟੈਂਡਰਡ ਨੇ। ਇਹ ਤੁਹਾਡੇ 7 ਮੰਤਰੀ ਕਹਿੰਦੇ ਸਾਡੇ ਕੰਟੈਕਟ ਦੇ ਵਿੱਚ ਨੇ, ਅਸੀਂ ਗੇਟ ਖੋਲ ਦਈਏ 7 ਮੰਤਰੀ ਅੰਦਰ ਆ ਜਾਣੇ ਇੱਕੋ ਲਖਤ। ਮੈਂ ਕਹਿੰਦਾ ਕੋਈ ਨਹੀਂ, ਜਦੋਂ ਆਉਣਗੇ ਦੇਖੀ ਜਾਊਗੀ। ਅਜੇ ਤਾਂ ਇਹਨਾਂ ਦਾ ਕੈਡਰ ਹੀ ਨਹੀਂ, ਇਹਨਾਂ ਨੂੰ 117 ਕੈਂਡੀਡੇਟ ਨਹੀਂ ਲੱਭਣੇ ਤਾਂ ਮੰਤਰੀਆਂ ਦੀ ਗੱਲ ਕਰਦੇ ਆ। ਬਿਲਕੁਲ ਕੋਈ ਨਹੀਂ ਜਾ ਰਿਹਾ। ਤੁਸੀਂ 117 ਜੈਵਾਂ ਜੀ ਉਹ ਬਾਰ-ਬਾਰ 117 ਦਾ ਜ਼ਿਕਰ ਕਰ ਰਹੇ ਕਿ ਤੁਹਾਡੇ ਕੋਲ 117 ਦੇ ਵਿੱਚ ਨਾ ਕੈਡਰ ਹੈ, ਨਾ ਉਮੀਦਵਾਰ ਹੈ, ਨਾ ਦਾਅਵੇਦਾਰ ਹੈ। ਦੇਖੋ, ਮੈਂ ਹੁਣ ਇਹਨਾਂ ਦਾ ਇਸ ਗੱਲ ਦਾ ਜਵਾਬ ਹੀ ਨਹੀਂ ਦੇਣਾ ਚਾਹੁੰਦਾ। ਇੱਕ ਵਾਰ ਅਸੀਂ ਕਹਿਤਾ ਕਿ ਅਸੀਂ 117 ਸੀਟ ਤੋਂ ਲੜਨ ਵਾਸਤੇ ਸક્ષਮ ਆ। 5 ਵਾਰ ਤੇ ਤੁਹਾਡੇ ਇੱਥੇ ਚੈਨਲ ਦੇ ਉੱਤੇ ਮੈਂ ਕਿਹਾ ਹੋਏਗਾ, ਸਾਡੇ ਪ੍ਰਧਾਨ ਜੀ ਨੇ ਕਹਿਤਾ। ਇਹਨਾਂ ਨੂੰ ਕੀ ਪਤਾ ਸਾਡੇ ਇੰਟਰਨਲ ਡਾਇਨਾਮਿਕਸ ਦੇ ਵਿੱਚ ਅਸੀਂ ਕਿਹੜੇ ਤਰੀਕੇ ਨਾਲ ਕਾਡਰ ਬਣਾਇਆ। ਹੁਣ ਰੀਸੈਂਟਲੀ ਅਸੀਂ ਲੁਧਿਆਣਾ ਦੇ ਵਿੱਚ ਇੱਕ ਰੈਲੀ ਕੀਤੀ, ਉੱਥੇ 5000 ਬੂਥ ਲੈਵਲ ਦੇ ਕਾਰਜਕਰਤਾ ਆਏ ਸੀਗੇ। ਤੇ ਉਹ ਮਤਲਬ ਡਸਨਟ ਇਟ ਸ਼ੋ ਸਮਥਿੰਗ ਦੈਟ ਸਾਡੇ ਕੋਲ ਬੰਦੇ ਹੈਗੇ ਨੇ ਕੰਮ ਕਰਨ ਦੇ ਵਾਸਤੇ? ਸਾਡੇ ਕਾਰਜਕਰਤਾ ਮੰਡਲ ਜੈਬਾਨ ਜੀ, ਇਹ ਵੀ ਲੱਗ ਰਿਹਾ ਕਿ ਬੀਜੇਪੀ ਸਭ ਦਾ ਵੈਲਕਮ ਕਰ ਰਹੀ ਹੈ, ਖਾਸ ਤੌਰ ਤੇ ਪੰਜਾਬ ਦੇ ਪੱਧਰ ਦੇ ਉੱਤੇ। ਸਮਝਾਣਾ ਨਹੀਂ ਚਾਹੁੰਦਾ, ਉਹ ਸਾਡਾ ਇੰਟਰਨਲ ਕੰਮ ਹੈ। ਅਸੀਂ ਤਿਆਰ ਆ। ਅਸੀਂ ਇਹ ਘੋਸ਼ਣਾ ਕਰ ਦਿੱਤੀ ਹੈ ਕਿ ਅਸੀਂ ਤਿਆਰ ਆ 117 ਦੇ ਵਿੱਚ ਲੜਨ ਵਾਸਤੇ। ਦੇਖੋ, ਇੱਕ ਬੀਜੇਪੀ ਇਸ ਸਮੇਂ ਲੱਗ ਰਹੀ ਹੈ ਕਿ ਸਭ ਦਾ ਵੈਲਕਮ ਕਰ ਰਹੀ ਹੈ ਆਪਣਾ ਕੁਨਬਾ ਮਜ਼ਬੂਤ ਕਰਨ ਦੇ ਲਈ। ਬਹੁਤ ਕੰਮ ਕਰ ਰਹੀ ਹੈ ਬੀਜੇਪੀ ਕੋ। ਅੱਜ ਦੀ ਥੋੜਾ ਨਾ 1.5 ਸਾਲ ਤੋਂ ਲੱਗੀ ਹੋਈ ਹੈ, 2 ਸਾਲ ਤੋਂ ਲੱਗੀ ਹੈ। ਸਾਨੂੰ ਪਹਿਲਾਂ ਹੀ ਪਤਾ ਸੀਗਾ ਜਦੋਂ ਦਾ ਅਕਾਲੀ ਦਲ ਗਿਆ। ਅੱਛਾ, ਇੱਕ ਗੱਲ ਗੌਰਵ ਜੀ ਮੈਂ ਤੁਹਾਨੂੰ ਦੱਸ ਦਵਾਂ, ਅਸੀਂ ਬਹੁਤ ਵਾਰ ਤੁਹਾਡੇ ਡਿਬੇਟ ਦੇ ਵਿੱਚ ਵੀ ਕਿਹਾ, ਓਪਨਲੀ ਅਸੀਂ ਕਹਿੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਿਹੜਾ ਸਾਡਾ ਗਠਬੰਧਨ ਸੀਗਾ ਉਹ ਸਾਡੀ ਗਲਤੀ ਸੀਗੀ। ਸਾਨੂੰ ਏਡੀ ਦੇਰ ਉਹਨਾਂ ਨਾਲ ਉਹ ਗਠਬੰਧਨ ਰੱਖਣਾ ਨਹੀਂ ਸੀ ਚਾਹੀਦਾ, ਪਰ ਕਮਿਊਨਿਟੀਜ਼ ਦੀ ਸਟਰੈਂਥ ਦੇ ਵਾਸਤੇ ਉਹ ਗਠਬੰਧਨ ਅਸੀਂ ਰੱਖਿਆ। ਅਸੀਂ ਇਹ ਮੰਨਦੇ ਆ ਕਿ ਗਲਤੀ ਹੋ ਗਈ, ਤੇ ਆਪੂ ਕਹਿੰਦੇ ਨੇ ਅਸੀਂ ਜੂਨੀਅਰ ਪਾਰਟਨਰ ਸੀਗੇ, ਤੇ ਜੂਨੀਅਰ ਪਾਰਟਨਰ ਦੇ ਕੋਲ ਤੇ ਏਡੀ ਸક્ષਮ ਨਹੀਂ ਸੀਗੀ ਨਾ ਜੂਨੀਅਰ ਪਾਰਟਨਰ ਕਿ ਉਹਨਾਂ ਦੇ ਇੰਟਰਨਲ ਡਾਇਨਾਮਿਕਸ ਦੇ ਵਿੱਚ ਅਸੀਂ ਇੰਟਰਫੇਅਰ ਕਰੀਏ। ਅਸੀਂ ਤੇ ਮੰਨ ਲਿਆ ਕਿ ਅਸੀਂ ਅਕਾਲੀ ਦਲ ਦੇ ਨਾਲ ਰਹਿ ਕੇ ਗਲਤੀ ਕਰ ਦਿੱਤੀ। ਇਸੇ ਵਾਸਤੇ ਅਸੀਂ ਹੁਣ ਬਿਲਕੁਲ ਆਪਣੇ ਤੇ ਜਾ ਰਹੇ ਹਾਂ। ਵੀ ਆਰ ਵਰਕਿੰਗ ਔਨ ਆਰ ਓਨ, ਵੀ ਆਰ ਵਰਕਿੰਗ ਫॉर 117 ਸੀਟਸ। ਤੇ ਰੂਪੀ ਜੀ ਨੂੰ ਸਾਡੇ ਬਾਰੇ ਪਲੀਜ਼ ਉਹਨਾਂ ਨੂੰ ਕੋਈ ਵਰੀ ਨਾ ਕਰਨ। ਅਸੀਂ ਪੂਰੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹਾਂ, ਤੇ ਕਾਂਗਰਸ ਤੇ ਵਿਚਾਰੀ ਮੈਂ ਹੁਣ ਕੀ ਕਵਾਂ, ਉਸ ਪਾਰਟੀ ਦਾ ਕੋਈ ਵਜੂਦ ਹੀ ਹੈ ਨਹੀਂ। ਇਟ ਇਜ਼ ਸੱਚ ਅ ਵੀਕ ਪਾਰਟੀ। ਤੇ ਜਿੱਥੇ ਸਾਡੀ 35-40 ਕਰੋੜ ਦਾ ਕਾਡਰ ਹੈ, ਕਾਂਗਰਸ ਦੇ ਕੋਲ ਤੇ 2 ਕਰੋੜ ਦਾ ਵੀ ਕਾਡਰ ਹੈ ਨਹੀਂ। ਤੇ ਇਹ ਸਾਡੇ ਨਾਲ ਐਸੀਆਂ ਗੱਲਾਂ ਕਿਉਂ ਕਰਦੇ ਨੇ? ਚੰਗੀ ਤਰ੍ਹਾਂ ਡਿਬੇਟ ਕਰਨ ਨਾ, ਕਿ ਅਸੀਂ ਇਹ ਨਹੀਂ ਕਰ ਸਕਦੀ, ਉਹ ਨਹੀਂ ਕਰ ਸਕਦੇ। ਮੈਂ ਤੇ ਇੱਕ ਵਾਰ ਨਹੀਂ ਕਿਹਾ ਕਿ ਕਾਂਗਰਸ ਕੁਝ ਨਹੀਂ ਕਰ ਸਕਦੀ। ਇਹਦਾ ਮਤਲਬ ਮੈਨੂੰ ਆਪਣੇ ਵਿੱਚ ਕੌਨਫੀਡੈਂਸ ਹੈ, ਇਹਨਾਂ ਨੂੰ ਆਪਣੇ ਵਿੱਚ ਕੌਨਫੀਡੈਂਸ ਨਹੀਂ। ਜੀ ਗੌਰਵ, ਮੈਂ ਕਹਿੰਦਾ ਗੌਰਵ, ਚਲੋ ਅਖੀਰ ਤੁਹਾਡੇ ਚੈਨਲ ਤੇ ਮਾਫੀ ਤਾਂ ਇਹਨਾਂ ਨੇ ਪੰਜਾਬ ਦੇ ਲੋਕਾਂ ਤੋਂ ਮੰਗੀ, ਵੀ ਅਸੀਂ ਅਕਾਲੀ ਦਲ ਦੇ ਸਾਥ ਦੇ ਕੇ ਮਾਫੀ ਮੰਗਦੇ ਹਾਂ। ਦੂਜੀ ਗੱਲ ਉਹੀਓ ਕੈਪਟਨ ਅਮਰਿੰਦਰ ਸਿੰਘ ਜਿਹੜਾ ਕਦੇ ਬੀਜੇਪੀ ਨੂੰ ਦੇਸ਼ ਦਰੋਹੀ ਲੱਗਦਾ ਸੀ, ਕਦੇ ਕੈਪਟਨ ਅਮਰਿੰਦਰ ਸਿੰਘ ਨੂੰ ਈਡੀ ਦੇ ਛਾਪੇ ਵੱਜ ਜਾਂਦੇ ਸੀ, ਕਦੇ ਉਹੀਓ ਰਾਣਾ ਸੋਢੀ ਦੇ ਖਿਲਾਫ
ਇਹ ਬੀਜੇਪੀ ਦੇ ਲੀਡਰ ਬੋਲਦੇ ਸੀ। ਕੋਈ ਬੀਜੇਪੀ ਕੋਈ ਸਭ ਕੋਈ ਵਾਸ਼ਿੰਗ ਮਸ਼ੀਨ ਤਾਂ ਨਹੀਂ ਵੀ ਜਿਹੜਾ ਇਹਨਾਂ ਦੀ ਪਾਰਟੀ ਚ ਆ ਜਾਂਦਾ ਉਹ ਦੁੱਧ ਨਾਤਾ ਹੋ ਜਾਂਦਾ, ਉਹ ਸਾਫ਼ ਸੁਥਰਾ ਹੋ ਜਾਂਦਾ। ਤੇ ਜਿਹੜਾ ਦੂਸਰੀਆਂ ਪਾਰਟੀਆਂ ਦੇ ਵਿੱਚ ਲੋਕ ਨੇ, ਦੇਖੋ ਕਰਨਾਟਕਾ 'ਚ ਤੁਸੀਂ ਕੀ ਕੀਤਾ, ਤੁਸੀਂ ਗੋਆ ਦੇ ਵਿੱਚ ਕੀ ਕੀਤਾ, ਤੁਸੀਂ ਮਨੀਪੁਰ, ਰਾਜਸਥਾਨ, ਤੁਸੀਂ ਹਰ ਕਿਤੇ ਲੋਕਤੰਤਰ ਦਾ ਘਾਣ ਕੀਤਾ, ਸਰਕਾਰਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤੁਸੀਂ ਧੱਕੇਸ਼ਾਹੀ ਦੇ ਨਾਲ। ਤੁਸੀਂ ਆਪਦੇ, ਮੈਂ ਕਹਿੰਦਾ ਸਰਕਾਰ ਦੇ ਜ਼ੋਰ ਨਾਲ ਉਹ ਦੇਸ਼ ਦੇ ਲੋਕਾਂ ਨੇ ਦੇਖਿਆ ਡੈਮੋਕ੍ਰੇਸੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਤੇ ਬੀਜੇਪੀ ਦਾ ਜਿਹੜਾ ਤੁਹਾਡਾ ਰਾਣਾ ਸੋਢੀ ਕਿਵੇਂ ਲੈ ਗਏ ਸਰ? ਰਾਣਾ ਸੋਢੀ ਨੂੰ ਕਿਵੇਂ ਲੈ ਗਏ? ਉਹ ਕੈਪਟਨ ਲੈ ਗਏ ਜਾਂ ਬੀਜੇਪੀ ਲੈ ਗਈ? ਰੂਬੀ ਜੀ ਨੂੰ ਕਹੋ ਕਿ ਦੇਸ਼ ਦੇ ਲੋਕਾਂ ਨੇ ਕਿਸਾਨੀ ਅੰਦੋਲਨ ਤੋਂ ਬਾਅਦ ਦੇਸ਼ ਦੇ ਲੋਕਾਂ ਨੇ ਕਿਸਾਨੀ ਅੰਦੋਲਨ ਤੋਂ ਬਾਅਦ ਬੀਜੇਪੀ ਮੁਕਤ ਅਭਿਆਨ ਜਿਹੜਾ ਚਲਾ ਦਿੱਤਾ ਹੈ, ਉਹਨਾਂ ਦਾ ਰਿਜ਼ਲਟ ਇਹਨਾਂ ਨੂੰ ਬੰਗਾਲ 'ਚ ਵੀ ਮਿਲ ਗਿਆ ਤੇ 2022 ਦੀਆਂ ਚੋਣਾਂ ਯੂਪੀ, ਮੇਰਾ ਸਵਾਲ ਤਾਂ ਬਹੁਤ ਸਿੰਪਲ ਹੈ ਨਾ ਕਿ ਰਾਣਾ ਸੋਢੀ ਕਿਉਂ ਚਲੇ ਗਏ ਜਾਂ ਕਿਵੇਂ ਲੈ ਗਏ ਉਹਨਾਂ ਨੂੰ? ਕਿਵੇਂ ਬੀਜੇਪੀ ਲੈ ਗਈ ਰਾਣਾ ਸੋਢੀ ਨੂੰ? ਹਰ ਵਿਅਕਤੀ ਦੀ ਇੱਕ ਸੋਚ ਹੈ। ਕੀ ਪਤਾ ਉਹਨਾਂ ਦੀ ਜਿਹੜੀ ਉਹਨਾਂ ਨੂੰ ਜਵਾਬ ਦੇ ਦਿੱਤਾ ਗਿਆ ਸੀਗਾ, ਸ਼ਾਇਦ ਉਹ ਟਿਕਟ ਦਾ ਲਾਲਚ ਸੀਗੀ, ਉਹ ਲਾਲਚਾ ਸੀਗੀ ਤੇ ਉਸ ਲਾਲਚ ਦੇ ਉਹ ਗਏ ਨੇ। ਤੇ ਕੋਈ ਡਰ ਹੋਣਾ ਹੈ, ਕੁਝ ਕਰਪਸ਼ਨ ਕੀਤੀ ਹੋਣੀ ਹੈ, ਸ਼ਾਇਦ ਕੋਈ ਈਡੀ ਦਾ ਦਾਬਾ ਨਾ ਵੱਜ ਗਿਆ ਹੋਵੇ, ਇਹ ਵੀ ਹੋ ਸਕਦਾ। ਜੈਬਾਨ ਜੀ ਇੱਕ ਸੈਕਿੰਡ ਗੌਰਵ ਜੀ, ਇਹ ਮਤਲਬ ਆਪਣੇ ਬੰਦਿਆਂ ਨੂੰ ਖੁਦ ਕਹਿੰਦੇ ਨੇ ਕਿ ਕਰਪਟ ਨੇ। ਦੂਸਰਾ ਇਹ 4.5 ਸਾਲ ਇਹਨਾਂ ਦਾ ਕੈਪਟਨ ਸਾਹਿਬ ਨੇ ਜਿਹੜਾ ਕੰਮ ਕੀਤਾ ਹੈ ਉਹਦੇ ਬਾਰੇ ਕਹਿੰਦੇ ਨੇ ਕਿ ਕੈਪਟਨ ਸਾਹਿਬ ਨੇ ਕੋਈ ਕੰਮ ਨਹੀਂ ਕੀਤਾ, ਆਪਣੇ ਲੀਡਰਸ ਨੂੰ ਇਹ ਕਰਪਟ ਬੁਲਾਉਂਦੇ ਨੇ ਤੇ ਫਿਰ ਸਾਰੀ ਜਿਹੜੀ ਰਿਸਪੌਂਸਿਬਿਲਟੀ ਉਹ ਸਾਡੇ ਉੱਤੇ ਸੁੱਟਦੇ ਜਾਂਦੇ ਨੇ। ਮਤਲਬ ਕਾਂਗਰਸ ਨੂੰ ਹੁਣ ਟਾਈਮ ਆ ਗਿਆ, ਇਲੈਕਸ਼ਨ ਦੇ ਕੋਲ ਆ ਗਏ ਹੈ, ਕਾਂਗਰਸ ਨੂੰ ਆਪਣਾ ਸਟੈਂਡ ਠੀਕ ਕਰਨਾ ਚਾਹੀਦਾ ਹੈ ਕਿ ਕਾਂਗਰਸ ਕਿੱਥੇ ਖੜੀ ਹੈ, ਕਾਂਗਰਸ ਕਰਪਟ ਹੈ ਕਿ ਨਹੀਂ ਹੈ। ਅਗਰ ਅਮਰਿੰਦਰ ਸਿੰਘ ਕਰਪਟ ਹੈ ਤੇ ਪੂਰੀ ਕਾਂਗਰਸ ਕਰਪਟ ਹੈ, ਅਗਰ ਰਾਣਾ ਗੁਰਮੀਤ ਕਰਪਟ ਹੈ ਤੇ ਪੂਰੀ ਕਾਂਗਰਸ ਕਰਪਟ ਹੈ। ਤੇ ਐਦਾਂ ਕਰਕੇ ਇਹਨਾਂ ਨੂੰ ਨਾ ਆਪਣੇ ਗੋਲ ਪੋਸਟ ਜਿਹੜੇ ਨੇ, ਇੱਕ ਕੁਐਸਚਨ ਦੇ ਵਿੱਚ ਇੱਕ ਗੋਲ ਪੋਸਟ, ਦੂਸਰੀ ਕੁਐਸਚਨ ਦੇ ਵਿੱਚ ਦੂਸਰਾ ਗੋਲ ਪੋਸਟ, ਇਹਦਾ ਗੋਲ ਪੋਸਟ ਨਹੀਂ ਚੇਂਜ ਕਰਨੇ ਚਾਹੀਦੇ। ਇਹ ਬੜੀ ਛੋਟੀ ਪਾਰਟੀ ਹੈ ਪਰ ਕੋਈ ਗੱਲ ਨਹੀਂ ਹੈ ਤੇ ਲਾਰਜੈਸਟ ਆਪੋਜੀਸ਼ਨ ਹੈ ਨਾ ਇੰਡੀਆ ਦੇ ਵਿੱਚ, ਤੇ ਇਹਨਾਂ ਨੂੰ ਉਹ ਮਰਿਆਦਾ ਰੱਖਣੀ ਚਾਹੀਦੀ ਹੈ, ਐਵੇਂ ਬਿਨਾਂ ਵਜ੍ਹਾ ਦੇ ਆਪਣੇ ਗੋਲ ਪੋਸਟ ਨਾ ਚੇਂਜ ਕਰਨ। ਤੁਸੀਂ ਇਹਨਾਂ ਨੂੰ ਕੁਐਸਚਨ ਪੁੱਛਿਆ ਰਾਣਾ ਗੁਰਮੀਤ ਸਿੰਘ ਸੋਢੀ ਕਿਉਂ ਗਿਆ, ਇਹ ਜਵਾਬ ਦੇਣ ਉਹਦਾ। ਠੀਕ ਹੈ ਰੂਬੀ ਜੀ, ਦੋਵੇਂ ਚੀਜ਼ਾਂ ਨੇ। ਤੁਸੀਂ ਕਹਿ ਰਹੇ ਹੋ ਕਿ ਬੀਜੇਪੀ ਕੋਲ ਕਿਹੜੀ ਐਸੀ ਵਾਸ਼ਿੰਗ ਮਸ਼ੀਨ ਹੈ ਕਿ ਉੱਥੇ ਜਾ ਕੇ ਸਾਰੇ ਠੀਕ ਹੋ ਜਾਂਦੇ ਨੇ, ਪਰ ਸਵਾਲ ਤਾਂ ਇਹ ਵੀ ਹੈ ਕਿ ਜਿਹੜੀ ਪਾਰਟੀ ਨੂੰ ਛੱਡ ਕੇ ਗਏ ਹੁੰਦੇ ਨੇ ਉਸੇ ਪਾਰਟੀ ਦੇ ਵੱਲੋਂ ਕਿਉਂ ਐਲੀਗੇਸ਼ਨਸ ਸ਼ੁਰੂ ਹੋ ਜਾਂਦੇ ਨੇ? ਉਹ ਇੰਪਲੀਮੈਂਟ ਰਾਣਾ ਸੋਢੀ ਦੇ ਉੱਤੇ ਵੀ ਹੁੰਦਾ ਹੈ। ਕਾਂਗਰਸ ਦੇ ਵਿੱਚ ਸੀ, ਸਭ ਠੀਕ ਸੀ, ਜਿਵੇਂ ਕਾਂਗਰਸ ਤੋਂ ਬਾਹਰ ਗਏ ਤਾਂ ਕਹਿੰਦੇ ਕਿ ਧਰਮ ਨਿਰਪੱਖ ਪਾਰਟੀ ਨਹੀਂ ਰਹੀ ਕਾਂਗਰਸ। ਦੇਖੋ, ਇਹ ਕਾਂਗਰਸ ਪਾਰਟੀ ਦਾ ਹੀ ਲੋਕਤੰਤਰ ਹੈ ਜਿੱਥੇ ਬੋਲਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਜਿੱਥੇ ਇੱਕ ਆਮ ਘਰ ਦੇ ਵਿਅਕਤੀ ਨੂੰ ਸਟੇਟ ਦਾ ਮੁੱਖ ਮੰਤਰੀ ਬਣਾਤਾ। ਅੱਜ ਲੋਕ ਹਿੱਤ ਦੇ ਵਿੱਚ ਫੈਸਲੇ ਹੋ ਰਿਹਾ, ਪੰਜਾਬ ਦੇ ਲੋਕ ਉਹਨਾਂ ਫੈਸਲਿਆਂ ਦਾ ਸਵਾਗਤ ਕਰ ਰਹੇ ਆ। ਉਹੀ ਇਹਨਾਂ ਨੂੰ ਪੀੜ ਹੈ, ਉਹੀ ਉਹ ਦਰਦ ਹੈ। ਇਹਨਾਂ ਨੂੰ ਜਿਹੜੀ ਹਾਰ ਆਪਦੀ ਸਾਹਮਣੇ ਦਿਖ ਰਹੀ ਹੈ, ਬਿਲਕੁਲ ਅਸੀਂ ਬੜੀ ਤਾਕਤ ਦੇ ਨਾਲ 2 ਬਲਦਾਂ ਦੀ ਜੋੜੀ ਔਰ 1 11 ਹੋ ਕੇ ਸਾਡੀ ਪਾਰਟੀ ਜਿਹੜੀ ਇਲੈਕਸ਼ਨ ਲੜ ਰਹੀ ਹੈ ਤੇ ਇਹਨਾਂ ਨੂੰ ਅਸੀਂ ਤਾਂ ਇਲੈਕਸ਼ਨਾਂ ਦੇ ਵਿੱਚ ਹੀ ਜਵਾਬ ਦੇਵਾਂਗੇ। ਤੇ ਬਿਲਕੁਲ ਇਹਨਾਂ ਦਾ ਹੰਕਾਰ ਹੈ ਜਿਹੜਾ ਉਹ ਸਿਰ ਚੜ ਕੇ ਬੋਲ ਰਿਹਾ ਹੈ। ਇਹ ਕੋਆਪਰੇਟਿਵ ਘਰਾਣਿਆਂ ਦੀ ਪਾਰਟੀ ਹੈ, ਇਹ ਉਦਯੋਗਪਤੀਆਂ ਦੀ ਪਾਰਟੀ ਹੈ। ਇਹ ਪੰਜਾਬ ਦੇ ਲੋਕ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ ਜਦੋਂ ਇਲੈਕਸ਼ਨ ਲੜਨਗੇ, ਇਹਨਾਂ ਦੇ ਸਾਹਮਣੇ ਸਾਰਾ ਕੁਝ। ਚਲੋ ਠੀਕ ਹੈ, ਹੁਣ ਲੋਕ ਤੈਅ ਕਰਨਗੇ ਕਿ ਕੌਣ ਕਿਹੜੀ ਪਾਰਟੀ 'ਚ ਗਿਆ, ਕਿਸ ਦਾ ਨਫਾ ਕਿਸ ਦਾ ਨੁਕਸਾਨ ਹੈ, ਉਹ ਲੋਕ ਹੀ ਤੈਅ ਕਰਨਗੇ। ਪਰ ਬੀਜੇਪੀ ਆਪਣੇ ਕੁਨਬੇ ਨੂੰ ਮਜ਼ਬੂਤ ਕਰਨ ਦੇ ਵਿੱਚ ਜ਼ਰੂਰ ਲੱਗੀ ਹੋਈ ਹੈ। ਸ਼ੁਕਰੀਆ ਜੈਬਾਨ ਜੀ ਸਾਡੇ ਨਾਲ ਜੁੜਨ ਦੇ ਲਈ, ਧੰਨਵਾਦ। ਰੂਬੀ ਗਿੱਲ ਜੀ ਤੁਹਾਡਾ ਵੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਖੈਰ, ਸਿਆਸੀ ਪਾਰਟੀਆਂ ਦੇ ਵਿੱਚ ਇਹ ਆਮ ਤੌਰ ਤੇ ਕਿ ਜਦੋਂ ਕੋਈ ਪਾਰਟੀ ਛੱਡ ਜਾਵੇ ਤਾਂ ਫਿਰ ਉਹ ਚੰਗਾ ਨਹੀਂ, ਤੇ ਜਿਹੜਾ ਪਾਰਟੀ ਨੂੰ ਕਿਸੇ ਦੂਜੀ ਪਾਰਟੀ ਜਾ ਕੇ ਜੁਆਇਨ ਕਰਦਾ ਹੈ ਤੇ ਉਸ ਪਾਰਟੀ ਦੇ ਲਈ ਉਹ ਸਭ ਤੋਂ ਵਧੀਆ ਹੋ ਜਾਂਦਾ ਹੈ। ਔਰ ਇਹ ਦਲ ਬਦਲਣ ਵਾਲੀ ਸਿਆਸਤ ਹਰ ਇਲੈਕਸ਼ਨ ਤੋਂ ਪਹਿਲਾਂ ਨਜ਼ਰ ਆਉਂਦੀ ਹੈ। ਪਰ ਰਾਣਾ ਸੋਢੀ ਦਾ ਜਾਣਾ ਕਿ ਬਾਕੀ ਕਾਂਗਰਸ ਦੇ ਲਈ ਇੱਕ ਵੱਡਾ ਝਟਕਾ ਹੈ ਜਾਂ ਬੀਜੇਪੀ ਦੇ ਲਈ ਇੱਕ ਵੱਡਾ ਚਿਹਰਾ ਹੈ ਜੋ ਉਹਨਾਂ ਨੇ ਆਪਣੇ ਵਿੱਚ ਰਲਾ ਲਿਆ ਕੇ, ਬਹੁਤ ਸਾਰੇ ਸਵਾਲ ਜ਼ਰੂਰ ਨੇ। ਇਸ ਚਰਚਾ ਦੇ ਵਿੱਚ ਨਹੀਂ, ਛੋਟਾ ਜਿਹਾ ਬ੍ਰੇਕ ਦੇ ਉਸ ਪਾਰ ਵੀ ਖਬਰਾਂ ਦਾ ਸਿਲਸਿਲਾ ਜਾਰੀ ਰਹੇ।